सत श्री अकाल, तुसीं देख रहे हो पंजाब मेल यूएसए टीवी में। हाँ, वरुण कौर मान वीकली इमीग्रेशन अपडेट लेके हाजिर। पहला नज़र मारते हाँ मेन सुर्खियां ते। अमेरिका च ओमिक्रॉन दे 8 मामले मिलण नाल हड़कंप, बाइडन ने सख्त कीते यात्रा नियम। अमेरिका आउण वाले H1 वीज़ा धारकां विच भारी गिरावट। भारत विच 15 दसंबर तो शुरू नहीं होणगीਆਂ कौमांतरी उड़ाणां। ਭਾਰਤ ਤੋਂ ਅਮਰੀਕਾ, ਬਰਤਾਨੀਆ, UAE ਤੇ ਕੈਨੇਡਾ ਵਰਗੇ ਦੇਸ਼ਾਂ ਲਈ ਹਵਾਈ ਕਿਰਾਇਆ ਹੋਇਆ ਲਗਭਗ ਦੁੱਗਣਾ। ਓਮਿਕਰੋਨ ਵੇਰੀਐਂਟ ਦੀ ਦਹਿਸ਼ਤ, ਹਵਾਈ ਅੱਡੇ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਰੈਪਿਡ ਟੈਸਟ ਦੇ ਨਾਂ ਤੇ ਲੁੱਟ ਸ਼ੁਰੂ। ਅੰਮ੍ਰਿਤਸਰ ਹਵਾਈ ਅੱਡਾ ਅਥਾਰਟੀ, ਵਿਦੇਸ਼ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ 6 ਘੰਟੇ ਹਵਾਈ ਅੱਡੇ ਤੇ ਰੁਕਣਾ ਜ਼ਰੂਰੀ। ਕੈਨੇਡਾ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀਆਂ। ਅਮਰੀਕਾ ਪ੍ਰਵਾਸੀਆਂ ਵਾਸਤੇ ਹੈਲਪਲਾਈਨ ਸ਼ੁਰੂ ਕਰਨ ਦਾ ਭਾਰਤ ਸਰਕਾਰ ਨੂੰ ਸੱਦਾ। ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਾਰਡਰ ਮੁੜ ਖੋਲ੍ਹਣ ਤੇ ਲਗਾਏ ਰੋਕ। ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਦੋਸ਼ ਵਿੱਚ 3 ਭਾਰਤੀ ਗ੍ਰਿਫਤਾਰ। ਵੀਕਲੀ ਇਮੀਗ੍ਰੇਸ਼ਨ ਅਪਡੇਟ। ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਦੀ। ਓਮਿਕਰੋਨ ਨਾਲ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੁਣ ਤੱਕ ਇਹ ਵੇਰੀਐਂਟ 25 ਦੇਸ਼ਾਂ ਵਿੱਚ ਪਾਇਆ ਜਾ ਚੁੱਕਾ ਹੈ। ਅਮਰੀਕਾ ਵਿੱਚ ਓਮਿਕਰੋਨ ਦੇ 8 ਮਾਮਲੇ ਮਿਲਣ ਨਾਲ ਹੜਕੰਪ ਮਚ ਗਿਆ। ਪਹਿਲਾ ਕੇਸ ਕੈਲੀਫੋਰਨੀਆ ਵਿੱਚ ਪਾਇਆ ਗਿਆ ਸੀ, ਜਦੋਂ ਕਿ ਓਮਿਕਰੋਨ ਦੇ 5 ਕੇਸ ਵੀਰਵਾਰ ਨੂੰ ਨਿਊਯਾਰਕ ਵਿੱਚ ਪਾਏ ਗਏ ਸਨ। ਗਵਰਨਰ ਕੈਥੀ ਹੌਚੂਲ ਨੇ ਦੱਸਿਆ ਕਿ ਨਿਊਯਾਰਕ 'ਚ ਓਮਿਕਰੋਨ ਦੇ 5 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਕੋਲੋਰਾਡੋ ਅਤੇ ਮਿਨੇਸੋਟਾ ਵਿੱਚ ਓਮਿਕਰੋਨ ਵੇਰੀਐਂਟ ਵਿੱਚੋਂ ਇੱਕ ਕੇਸ ਪਾਇਆ ਗਿਆ ਸੀ। ਰਿਪੋਰਟਾਂ ਮੁਤਾਬਕ ਜਿਨ੍ਹਾਂ ਮਰੀਜ਼ਾਂ ਵਿੱਚ ਓਮਿਕਰੋਨ ਦੇ ਵੇਰੀਐਂਟ ਦੀ ਪੁਸ਼ਟੀ ਹੋਈ ਸੀ ਉਹ ਦੱਖਣੀ ਅਫਰੀਕਾ ਤੋਂ ਵਾਪਸ ਆਏ ਸੀ। ਇਹਨਾਂ ਵਿੱਚੋਂ 3 ਮਰੀਜ਼ਾਂ ਨੇ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ। ਹਾਲਾਂਕਿ ਇਹ ਸਾਰਿਆਂ ਵਿੱਚ ਅਜੇ ਵੀ ਓਮਿਕਰੋਨ ਦੇ ਹਲਕੇ ਲੱਛਣ ਦਿਖ ਰਹੇ ਨੇ। ਇਸ ਤੋਂ ਬਾਅਦ ਇਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਓਮਿਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਰਾਸ਼ਟਰਪਤੀ ਜੋ ਬਾਈਡਨ ਨੇ ਸਖਤ ਯਾਤਰਾ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਦੀ ਜਾਂਚ ਲਾਜ਼ਮੀ ਕਰ ਦਿੱਤੀ ਹੈ। ਨਾਲ ਹੀ ਅਗਲੇ ਹਫ਼ਤੇ ਤੋਂ ਕਰੋਨਾ ਦੀ ਜਾਂਚ ਨਾਲ ਜੁੜੇ ਨਵੇਂ ਨਿਯਮ ਲਾਗੂ ਕੀਤੇ ਜਾਣਗੇ। ਜੋ ਬਾਈਡਨ ਨੇ ਕਿਹਾ ਕਿ US ਆਉਣ ਵਾਲੇ ਯਾਤਰੀਆਂ ਨੇ ਭਾਵੇਂ ਉਹ ਵੈਕਸੀਨ ਲਗਵਾ ਚੁੱਕੇ ਹੋਣ ਜਾਂ ਕਿਸੇ ਦੇਸ਼ ਤੇ ਹੋਣ, ਆਪਣੀ ਯਾਤਰਾ ਸ਼ੁਰੂ ਕਰਨ ਤੋਂ 1 ਦਿਨ ਪਹਿਲਾਂ ਕੋਵਿਡ-19 ਦੀ ਜਾਂਚ ਕਰਵਾਉਣੀ ਹੋਏਗੀ, ਜਦੋਂ ਕਿ ਇਸ ਤੋਂ 3 ਦਿਨ ਪਹਿਲਾਂ ਯਾਨੀ 72 ਘੰਟੇ ਦੇ ਅੰਦਰ ਦੀ ਜਾਂਚ ਰਿਪੋਰਟ ਦਿਖਾਉਣੀ ਵੀ ਲਾਜ਼ਮੀ ਹੋਏਗੀ। ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਉਹ ਹਾਲੇ ਲਾਕਡਾਊਨ ਲਗਾਉਣ ਦੇ ਮੂਡ ਵਿੱਚ ਨਹੀਂ ਹਨ, ਜੋ ਕਿ ਲਾਕਡਾਊਨ ਲੱਗਣ ਦੇ ਅਸਾਰ ਬਿਲਕੁਲ ਨਹੀਂ ਦਿਖ ਰਹੇ। ਅਗਲੀ ਰਿਪੋਰਟ ਵੀ ਅਮਰੀਕਾ ਤੋਂ ਹੈ। H1B ਵੀਜ਼ਾ ਦੇ ਨਾਲ ਜੁੜੀ ਹੋਈ। ਅਮਰੀਕਾ ਵਿੱਚ H1B ਵੀਜ਼ਾ ਪ੍ਰੋਗਰਾਮ ਦੇ ਤਹਿਤ ਉੱਚ ਤਕਨੀਕੀ ਵਾਲੀਆਂ ਨੌਕਰੀਆਂ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ 9% ਦੀ ਗਿਰਾਵਟ ਆਈ ਹੈ, ਜੋ ਇੱਕ ਦਹਾਕੇ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਬਲੂਮਬਰਗ ਨਿਊਜ਼ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। H1B ਵੀਜ਼ਾ ਦੇ ਤਹਿਤ ਵਿਦੇਸ਼ੀ ਇੰਜੀਨੀਅਰਿੰਗ ਅਤੇ ਗਣਿਤ ਕਰਮਚਾਰੀਆਂ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ ਵਿੱਚ ਸਤੰਬਰ 2021 ਨੂੰ ਖਤਮ ਹੋਈ ਵਿੱਤੀ ਸਾਲ ਵਿੱਚ 12.6% ਘਟੀ ਹੈ। ਇਸ ਹਿੱਸੇ ਵਿੱਚ ਲਗਾਤਾਰ ਦੂਜੀ ਸਾਲਾਨਾ ਗਿਰਾਵਟ ਹੈ, ਜੋ ਕਿ ਰਵਾਇਤੀ ਤੌਰ ਤੇ ਲਗਾਤਾਰ ਵੱਧ ਰਹੀ ਹੈ ਤੇ ਮੁੱਖ ਤੌਰ ਤੇ ਗਲੋਬਲ ਮਹਾਮਾਰੀ ਕੋਵਿਡ-19 ਕਾਰਨ ਯਾਤਰਾ ਅਤੇ ਵੀਜ਼ਾ ਪਾਬੰਦੀਆਂ ਕਾਰਨ ਹੈ। ਵਿੱਤੀ ਸਾਲ 2021 ਦੌਰਾਨ ਸਾਰੀਆਂ ਨੌਕਰੀਆਂ ਦੀਆਂ ਸ਼੍ਰੇਣੀਆਂ ਲਈ ਸੰਯੁਕਤ ਮੈਟ੍ਰਿਕ ਕੋਲ 4,97,000 ਤੋਂ ਵੱਧ ਸੀ, ਜਿਸ ਵਿੱਚ 2020 ਤੋਂ 9% ਦੀ ਕਮੀ ਅਤੇ 2019 ਤੋਂ 17% ਦੀ ਗਿਰਾਵਟ ਦਰਜ ਕੀਤੀ ਗਈ ਹੈ। ਬਲੂਮਬਰਗ ਨਿਊਜ਼ ਨੇ 2011 ਤੋਂ 2021 ਤੱਕ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਹੈ। ਸਾਇਰਸ ਡੀ ਮਹਿਤਾ ਨੇ ਮੈਨੇਜਿੰਗ ਪਾਰਟਨਰ ਸਾਇਰਸ ਮਹਿਤਾ ਨੇ ਕਿਹਾ ਕਿ H1B ਵਰਕਰਾਂ ਦੀ ਕਮੀ ਦਾ ਕਾਰਨ ਸਪਸ਼ਟ ਤੌਰ ਤੇ ਕੋਵਿਡ ਯਾਤਰਾ ਪਾਬੰਦੀਆਂ ਅਤੇ ਗੈਰ ਪ੍ਰਵਾਸੀਆਂ ਨੂੰ ਵੀਜ਼ਾ ਪ੍ਰਾਪਤ ਕਰਨ ਅਤੇ ਪ੍ਰਵਾਨਿਤ H1B ਪਟੀਸ਼ਨਾਂ ਦੇ ਤਹਿਤ ਅਮਰੀਕਾ ਆਉਣ ਵਿੱਚ ਅਸਮਰੱਥ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਸਥਾਨਕ ਕਰਮਚਾਰੀਆਂ ਲਈ ਅਮਰੀਕੀ ਨੌਕਰੀਆਂ ਦੀ ਰੱਖਿਆ ਲਈ H1B ਵੀਜ਼ਾ ਸਮੇਤ ਕੁਝ ਵੀਜ਼ਾ ਧਾਰਕਾਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਮਹਾਮਾਰੀ ਦੇ ਨਤੀਜੇ ਵਜੋਂ ਦੁਨੀਆ ਭਰ ਦੇ ਦੂਤਘਰ ਬੰਦ ਹੋ ਗਏ। ਨਤੀਜੇ ਵਜੋਂ ਸਥਾਈ ਪੜਾਅ ਅਤੇ ਫਿਰ ਵੀਜ਼ਾ ਪ੍ਰਕਿਰਿਆ ਵਿੱਚ ਸੁਸਤੀ ਆਈ। 2019 ਵਿੱਚ ਪ੍ਰੀ ਕੋਵਿਡ ਪੱਧਰਾਂ ਦੀ ਤੁਲਨਾ ਵਿੱਚ ਇਸ ਸਾਲ ਇੰਜੀਨੀਅਰਿੰਗ ਅਤੇ ਗਣਿਤ ਦੀ ਨੌਕਰੀ ਸ਼੍ਰੇਣੀ ਲਈ H1B ਰੋਜ਼ਗਾਰ ਮਾਮਲਿਆਂ ਦੀ ਗਿਣਤੀ ਵਿੱਚ
19% ਘੱਟ ਸੀ। ਮਹਿਤਾ ਨੇ ਕਿਹਾ ਕਿ ਇਸ ਨੂੰ ਦੇਖਣ ਦਾ ਇੱਕ ਹੋਰ ਤਰੀਕਾ ਇਹ ਹੈ ਕਿ ਅਮਰੀਕਾ ਵਿੱਚ ਬਹੁਤ ਸਾਰੇ ਲੋਕ ਜੋ H1B ਸਥਿਤੀ ਵਿੱਚ ਨੇ ਪਿਛਲੇ ਸਾਲ ਸਥਾਈ ਨਿਵਾਸ ਲਈ ਐਡਜਸਟ ਕੀਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਬਹੁਤ ਸਾਰੇ ਜਿਨ੍ਹਾਂ ਕੋਲ ਐਡਜਸਟਮੈਂਟ ਅਰਜ਼ੀਆਂ ਲੰਬਿਤ ਨੇ ਅਤੇ ਜਿਨ੍ਹਾਂ ਨੂੰ ਅਜੇ ਤੱਕ ਗ੍ਰੀਨ ਕਾਰਡ ਨਹੀਂ ਮਿਲਿਆ ਹੈ ਨੇ H1B ਸਥਿਤੀ ਵਿੱਚ ਰਹਿਣ ਦੀ ਬਜਾਏ ਵਰਕ ਪਰਮਿਟ ਦੇ ਨਾਲ ਬਕਾਇਆ ਐਡਜਸਟਮੈਂਟ ਬਿਨੇਕਾਰਾਂ ਵਜੋਂ ਅਮਰੀਕਾ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ। ਬਕਾਇਆ ਐਡਜਸਟਮੈਂਟ ਬਿਨੇਕਾਰਾਂ ਨੂੰ H1B ਤੋਂ ਬਿਨਾਂ ਰਹਿਣਾ ਆਸਾਨ ਲੱਗਦਾ ਹੈ ਅਤੇ ਉਹਨਾਂ ਕੋਲ ਸਿਰਫ ਵਰਕ ਪਰਮਿਟ ਹੈ ਕਿਉਂਕਿ ਉਹ ਆਸਾਨੀ ਨਾਲ ਨੌਕਰੀ ਦੀ ਪੋਰਟੇਬਿਲਿਟੀ ਤੱਕ ਪਹੁੰਚ ਕਰ ਸਕਦੇ ਨੇ। ਅਗਲੇ ਰਿਪੋਰਟ ਭਾਰਤ ਤੋਂ ਲੈਂਦੇ ਹਾਂ। ਆਪਣੇ ਮੁਲਕ ਵਿੱਚ ਆਉਣ ਦੀ ਤਾਂਘ ਲਾਈ ਬੈਠੇ ਵਿਦੇਸ਼ ਵਿੱਚ ਵਸਦੇ ਭਾਰਤੀਆਂ ਦੀਆਂ ਉਮੀਦਾਂ ਤੇ ਉਸ ਵੇਲੇ ਪਾਣੀ ਫਿਰ ਗਿਆ ਜਦੋਂ ਭਾਰਤ ਸਰਕਾਰ ਨੇ 15 ਦਸੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਵਾਪਸ ਲੈ ਲਿਆ। ਕੇਂਦਰ ਸਰਕਾਰ ਨੇ ਕੋਰੋਨਾ ਦੇ ਨਵੇਂ ਰੂਪ ਓਮਿਕਰੋਨ ਦੀ ਦਹਿਸ਼ਤ ਨੂੰ ਮੱਦੇਨਜ਼ਰ ਰੱਖਦਿਆਂ ਇਹ ਕਦਮ ਚੁੱਕਿਆ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਪੈਰ ਪਸਾਰ ਚੁੱਕੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਨੂੰ ਦੇਸ਼ ਵਿੱਚ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਨੇ ਅਹਿਮ ਕਦਮ ਚੁੱਕ ਲਿਆ। ਇਸ ਦੇ ਚਲਦਿਆਂ ਭਾਰਤ ਵਿੱਚ ਕੌਮਾਂਤਰੀ ਉਡਾਣਾਂ ਦੀ ਆਵਾਜਾਈ 15 ਦਸੰਬਰ ਤੋਂ ਸ਼ੁਰੂ ਨਹੀਂ ਹੋਏਗੀ। ਐਵੀਏਸ਼ਨ ਰੈਗੂਲੇਟਰ DGCA ਨੇ ਕਿਹਾ ਹੈ ਕਿ ਫਿਲਹਾਲ 15 ਦਸੰਬਰ ਤੋਂ ਚਾਲੂ ਹੋਣ ਵਾਲੀਆਂ ਕੌਮਾਂਤਰੀ ਉਡਾਣਾਂ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਨਵੇਂ ਵੈਰੀਐਂਟ ਓਮਿਕਰੋਨ ਕਾਰਨ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਨਵੰਬਰ ਨੂੰ ਓਮਿਕਰੋਨ ਨੂੰ ਲੈ ਕੇ ਸਮੀਖਿਆ ਬੈਠਕ ਕੀਤੀ ਸੀ। ਇਸ ਵਿੱਚ 15 ਦਸੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੇ ਫੈਸਲੇ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਸੀ। ਪ੍ਰਧਾਨ ਮੰਤਰੀ ਨੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਸਖਤ ਨਿਗਰਾਨੀ ਕਰਨ ਦੀ ਵੀ ਗੱਲ ਕਹੀ ਸੀ। ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਨੇ ਕਿਹਾ ਹੈ ਕਿ ਦੱਖਣੀ ਅਫਰੀਕੀ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਓਮਿਕਰੋਨ ਦੀ ਦਹਿਸ਼ਤ ਅਤੇ ਬ੍ਰਿਟੇਨ, ਬੈਲਜੀਅਮ ਸਣੇ ਕਈ ਦੇਸ਼ਾਂ ਵਿੱਚ ਇਹ ਵਾਇਰਸ ਪਹੁੰਚਣ ਕਾਰਨ ਭਾਰਤ ਸਰਕਾਰ ਵੀ ਅਲਰਟ ਮੋਡ ਤੇ ਆ ਗਈ ਹੈ। ਇਸ ਦੇ ਚਲਦਿਆਂ ਭਾਰਤ ਸਰਕਾਰ ਨੇ 15 ਦਸੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਵਾਪਸ ਲੈ ਲਿਆ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਵਿਚਾਰ ਚਰਚਾ ਮਗਰੋਂ ਭਾਰਤ ਸਰਕਾਰ ਨੇ ਦਸੰਬਰ ਦੇ ਤੀਜੇ ਹਫ਼ਤੇ ਭਾਵ 15 ਦਸੰਬਰ ਤੋਂ ਕੌਮਾਂਤਰੀ ਫਲਾਈਟਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਪਰ ਹੁਣ ਕੋਰੋਨਾ ਦੇ ਨਵੇਂ ਰੂਪ ਨੇ ਦੁਨੀਆ ਭਰ 'ਚ ਦਹਿਸ਼ਤ ਮਚਾ ਦਿੱਤੀ ਹੈ। ਇਸ ਲਈ ਕੇਂਦਰ ਸਰਕਾਰ ਨੇ 15 ਦਸੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਟਾਲ ਦਿੱਤਾ ਹੈ। ਦੱਸ ਦੇ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਪਿਛਲੇ ਸਾਲ 23 ਮਾਰਚ ਨੂੰ ਭਾਰਤ ਵਿੱਚ ਨਿਯਮਿਤ ਕੌਮਾਂਤਰੀ ਉਡਾਣਾਂ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਸਮੇਂ-ਸਮੇਂ ਤੇ ਕਈ ਦੇਸ਼ਾਂ ਨਾਲ ਸੀਮਤ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਭਾਰਤ ਤੋਂ ਲਗਭਗ 28 ਦੇਸ਼ਾਂ ਨਾਲ 에ਅਰ ਬਬਲ ਵਿਵਸਥਾ ਦੇ ਤਹਿਤ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ। ਹੁਣ ਜਾ ਕੇ ਥੋੜੀ ਰਾਹਤ ਮਹਿਸੂਸ ਹੁੰਦੀ ਹੋਈ ਨਜ਼ਰ ਆ ਰਹੀ ਸੀ, ਪਰ ਕੋਰੋਨਾ ਦੇ ਵੈਰੀਐਂਟ ਓਮਿਕਰੋਨ ਨੂੰ ਦੁਬਾਰਾ ਫੇਰ ਹਾਲਾਤ ਚਿੰਤਾਜਨਕ ਬਣਾ ਦਿੱਤੇ ਨੇ। ਓਮਿਕਰੋਨ ਤੋਂ ਬਚਾਅ ਲਈ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕੌਮਾਂਤਰੀ ਯਾਤਰੀਆਂ ਲਈ ਲਾਗੂ ਕੀਤੇ ਨਵੇਂ ਦਿਸ਼ਾ ਨਿਰਦੇਸ਼ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਗਏ, ਜਿਸ ਦੇ ਚਲਦਿਆਂ ਯਾਤਰੀਆਂ ਨੂੰ ਹਵਾਈ ਅੱਡਿਆਂ ਤੇ 6 ਘੰਟੇ ਤੱਕ ਦੀ ਉਡੀਕ ਕਰਨੀ ਪੈ ਰਹੀ ਹੈ। ਓਮਿਕਰੋਨ ਦਾ ਅਸਰ ਹਵਾਈ ਸਫ਼ਰ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਕਈ 에ਅਰਲਾਈਨਸ ਕੰਪਨੀਆਂ ਨੇ ਅੰਤਰਰਾਸ਼ਟਰੀ ਮਾਰਗਾਂ ਦੇ ਆਪਣੇ ਕਿਰਾਏ ਵਧਾ ਦਿੱਤੇ। ਭਾਰਤ ਤੋਂ ਅਮਰੀਕਾ, ਬਰਤਾਨੀਆ, UAE ਤੇ ਕੈਨੇਡਾ ਵਰਗੇ ਦੇਸ਼ਾਂ ਲਈ ਹਵਾਈ ਕਿਰਾਇਆ ਲਗਭਗ ਦੁੱਗਣੇ ਤੱਕ ਪਹੁੰਚ ਗਿਆ। ਦਿੱਲੀ ਤੋਂ ਦੁਬਈ ਦਾ ਹਵਾਈ ਕਿਰਾਇਆ ਦੁੱਗਣਾ ਹੋ ਕੇ 33,000 ਰੁਪਏ ਤੱਕ ਪਹੁੰਚ ਗਿਆ, ਜੋ ਪਹਿਲਾਂ 20,000 ਹੁੰਦਾ ਸੀ। ਇਸੇ ਤਰ੍ਹਾਂ ਅਮਰੀਕਾ ਦਾ ਕਿਰਾਇਆ 90,000 ਤੋਂ ਲੈ ਕੇ 1,20,000 ਤੱਕ ਸੀ, ਜੋ ਹੁਣ 1.5 ਲੱਖ ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਦਿੱਲੀ ਤੋਂ ਟੋਰਾਂਟੋ ਦਾ ਕਿਰਾਇਆ 80,000 ਤੋਂ ਵੱਧ ਕੇ 2,37,000 ਰੁਪਏ ਤੱਕ ਹੋ ਗਿਆ। ਅੰਤਰਰਾਸ਼ਟਰੀ ਹਵਾਈ ਯਾਤਰਾ ਕਰਨ ਵਾਲਿਆਂ ਦੀਆਂ ਪਰੇਸ਼ਾਨੀਆਂ ਖਤਮ ਨਹੀਂ ਹੋ ਰਹੀਆਂ। ਅਗਲੀ ਖਬਰ ਪੰਜਾਬ ਤੋਂ ਲੈਂਦੇ ਹਾਂ। ਗ੍ਰੀਕ ਭਾਸ਼ਾ ਦੇ 15ਵੇਂ ਅੱਖਰ ਓਮਿਕਰੋਨ ਦੇ ਨਾਂ ਨਾਲ ਚਰਚਿਤ ਹੋਇਆ ਕੋਵਿਡ ਵੈਰੀਐਂਟ ਦਾ ਨਵਾਂ ਰੂਪ ਜਿੱਥੇ ਮੁੜ ਦੁਨੀਆ ਨੂੰ ਖੌਫਜ਼ਦਾ ਕਰ ਰਿਹਾ, ਉੱਥੇ ਸਿਹਤ ਵਿਭਾਗ ਦੀ ਮਿਲੀ ਭੁਗਤ ਨਾਲ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਦੀ ਲੁੱਟ ਖਸੁੱਟ ਦਾ ਕਾਰਨ ਵੀ ਬਣਦਾ ਜਾ ਰਿਹਾ। ਸਿਹਤ ਵਿਭਾਗ ਵੱਲੋਂ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਦੇਸ਼ ਵਿਦੇਸ਼ ਤੋਂ ਪਹੁੰਚਣ ਵਾਲੇ ਯਾਤਰੂਆਂ ਦੇ
कोविड टेस्ट का काम एक निजी पसीन नामक लैब के हवाले किया होया है, जिस वालों यात्रुओं कोलों प्रति व्यक्ति पहला 400 रुपए रैपिड टेस्ट के नाम से वसूल किए जाते सन, पर हुण ये फीस एकदम बढ़ा के 2700 रुपए कर दी गई है। सेहत विभाग दिन रात ये ढंडोरा पिट रहा है कि हरेक यात्रु का टेस्ट मुफ्त किया जाएगा। ये रैपिड टेस्ट हरेक व्यक्ति का किया जाता है जिसकी भावें 24 घंटे पहला की रिपोर्ट नैगेटिव होवे जां उस कोल कोविड टीकाकरण का सर्टिफिकेट भी होवे। इस संबंधी सहायक सिविल सर्जन ते सैंपलिंग के इंचार्ज डॉक्टर अमरजीत सिंह ने कहा है कि केंद्र सरकार वालों इस टेस्ट की कीमत 3300 रुपए रखी गई है, पर लैब वालों घटा के 2700 रुपए वसूल किए जा रहे हैं। अगली रिपोर्ट भी पंजाब तो जुड़ी हुई है। कोरोना के नवे वेरिएंट नूं फैलण तो रोकण लई श्री गुरु रामदास अंतरराष्ट्रीय हवाई अड्डे ते लंडन, बर्मिंघम ते रोम तो आने वाले मुसाफरां नूं घੱਟ तो घੱਟ 6 घंटे लिए रुकना पाएगा ताकि उन्हां दी चंगी तरह जांच हो सके। ये नवीं गाइडलाइनस हवाई अड्डा अथॉरिटी वालों लागू कर दित्तियां गईयां ने। इसलिए अमृतसर हवाई अड्डा अथॉरिटी वालों जिला प्रशासन ते प्राइवेट लैबोरेटरीज़ दे नाल तालमेल किया जा रहा है ताकि बाहरों आने वाले मुसाफरां दे टेस्ट करवाए जा सकन। हवाई अड्डे के डायरैक्टर वीके सेठ ने दस्सिया कि कोरोना महामारी के नवे वेरिएंट ओमिक्रॉन नूं रोकण लई अथॉरिटी वालों हर संभव यतन शुरू कर दिता गया है। जिला प्रशासन के नाल भी मीटिंग करके इस ते विचार वटांदरा किया गया ताकि बाहरों आने वाले मुसाफरां दे टेस्ट घੱਟ तो घੱਟ रेट ते करवाए जा सकन। उन्होंने दस्सिया कि मुसाफरां दे रैपिड टेस्ट करवाउण दी भी आग्या मिल गई है। रैपिड टेस्ट की रिपोर्ट आउण च घੱਟ तो घੱਟ 4 घंटे का समा लगता है। अजिहे ओमिक्रॉन प्रभावित देशों चों लंडन, बर्मिंघम ते रोम तो ही अमृतसर फ्लाइट आ रही है। अजिहे समय फ्लाइट लैंड होण अते मुसाफरां दी टेस्ट प्रक्रिया पूरी होने ते घट्टो घੱਟ 6 घंटे का समा लगेगा। ओमिक्रॉन के प्रभाव को देखते हुए विदेशों तो आने वाले मुसाफरां लई 7 दिन के क्वारंटाइन भी करना होएगा। इसलिए पंजाब सरकार वालों भी गाइडलाइनस जारी कर दित्तियां गई ने। RT-PCR की रिपोर्ट आने तो बाद होम आइसोलेशन च रखा जाएगा तो इस तो बाद फिर तो टेस्ट किया जाएगा। लंडन, रोम ते बर्मिंघम तो रोजाना करीब 200 तो 250 मुसाफर अमृतसर पहुंचते ने। अजिहे च जिला प्रशासन की टीम वालों इन्हां सारे मुसाफरां दे टेस्ट करन विच काफ़ी समा लग जाएगा, जिस कारण हवाई अड्डा अथॉरिटी वालों प्राइवेट लैबोरेटरियां दे नाल टाइप अप किया गया है। कोरोना महामारी दौरान बीते हफ्ते तो चर्चित नवे स्वरूप के फैलन तो बचा लई कनेडा की सरकार ने भी विदेशों तो आने वाले सारे मुसाफरां उपर कुछ नवीं पाबंदियां लागू करने का फैसला लिया। दक्षिणी अफ्रीका समेत खिते के 7 देशों तो बाद हुण महाद्वीप के उत्तर पूर्व, दक्षिण पूर्व और मध्य पश्चिमी इलाकों च स्थित 3 होर देशों तो कनेडा आने वाले ते सफ़र शुरू करने तो 14 दिन पहला उन्हां दे देश च जाण वाले लोगों के देश दाखिले उपर पाबंदी लगाउण दा फैसला भी किया गया। नवीं पाबंदियां च अमेरिका तो आउण वालियां तो बाहर रखने का फैसला किया गया है, यानी कि जिहड़े लोग अमेरिका तो आउणगे उत्थों के नागरिक जां पक्के वसनीक होणगे नवीं पाबंदियां तो बाहर रहणगे। राजधानी ओटावा विखे सेहत मंत्री जीन ने कहा कि अमरीका वासियों तो इलावा विदेशों तो आने वाले मुसाफरां दा कनेडा के उसे अंतरराष्ट्रीय हवाई अड्डे के अंदर कोरोना वायरस टेस्ट किया जाएगा जिथे वो सब तो पहला पहुंचणगे। ये भी टेस्ट की रिपोर्ट आ जाने तक हरेक मुसाफर नूं एकांतवास च रहना होएगा। मंत्री डुकलस ने कहा कि टीकाकरण करवाउण तो छूट नहीं है। विदेशों तो कनेडा वापस मुड़ रहे कैनेडियन नागरिक अते पक्के वासी जिन्हां ने टीकाकरण अजे तक नहीं करवाया उन्होंने कोविड टेस्ट करवाउण दे नाल ही सरकारी देख रेख हेठ एकांतवास विच रहना जरूरी कर दिता गया। कोविड तो बचाव का टीकाकरण ना करवाउण वाले लोगों नूं बीती 3 नवंबर तो कनेडा अंदर उड़ाणा जां रेल गड्डियां राही सफर करने की मनाही भी कर दी गई सी। देश के आवाजाही मंत्री उमार अलगबरा ने कहा कि स्थिति उपर नज़र रखने लई नवीं पाबंदियां असरदार तरीके नाल लागू कीतियां गईयां ने, जिन्हां वास्ते हवाई अड्डे अंदर बंदोबस्त किए जाने शुरू कर दिते गए ने। उन्होंने भी कहा कि कोविड कारण संसार च बदल रही परिस्थितियां करके पाबंदियां सख्त करने की जरूरत भी पै सकती है, जिस करके कनेडा वासी लोग देश चों बाहर सोच विचार मगरों ही जाण। संसार सेहत संगठन के अधिकारियों वालों मौजूदा समय दौरान लोगों नूं खास तौर पर 60 साल तो वध उम्र के बजुर्गों को सफर करने तो गुरेज करने की भी सलाह दी जा रही है। इस दौरान ओंटारियो, क्यूबैक, ब्रिटिश कोलंबिया ते अल्बर्टा विच कोविड ओमिक्रॉन के 1.25 दर्जन तो वध मरीज सामने आ चुके हैं, जिन्होंने एकांतवास विच रखा गया। अमेरिका विच बसते भारतीय मूल के लोग पिछले दिनी न्यूयॉर्क विखे वापरी घटना तो बेहद चिंतित ने।
ਅਤੇ ਪ੍ਰਵਾਸੀਆਂ ਵਾਸਤੇ ਇੱਕ ਹੈਲਪਲਾਈਨ ਸ਼ੁਰੂ ਕਰਨ ਦਾ ਸੱਦਾ ਭਾਰਤ ਸਰਕਾਰ ਨੂੰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਤਕਰੀਬਨ 3.25 ਕਰੋੜ ਭਾਰਤੀ ਵਸਦੇ ਨੇ ਜਿਨ੍ਹਾਂ ਨੂੰ ਵੇਲੇ-ਕੁਵੇਲੇ ਵੀਜ਼ੇ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ, ਪਰ ਕਈ ਮਾਮਲਿਆਂ ਵਿੱਚ ਵੀਜ਼ਾ ਅਫਸਰ ਆਪਣੇ ਆਪ ਨੂੰ ਰੱਬ ਸਮਝ ਬੈਠਦੇ ਨੇ ਅਤੇ ਅਜਿਹੇ ਹਾਲਾਤ ਵਿੱਚ टोल फ्री हेल्पलाइन नंबर सहाय साबित हो सकता है। दस देइए कि न्यूयॉर्क स्थित भारतीय कौंसलेट विच वीज़ा मंगण गई औरत नाल बदसलूकी दी वीडियो सोशल मीडिया ते वायरल हुई। वीडियो विच वेख्या जा सकता है कि पिता दीआं अंतिम रस्मां वास्ते वीज़ा मंग रही भारतीय मूल दी औरत नाल वीज़ा अफसर किन्नी बदतमीजी नाल पेश आ रहा। मामला भखड़ मगनों भारतीय कौंसलेट वल्लों वीज़ा अफसर विरुद्ध अनुशासनी कार्रवाई शुरू कर दी गई है। अगली रिपोर्ट आस्ट्रेलिया तो है। अंतरराष्ट्रीय विद्यार्थियों लिए बॉर्डर मुड़ खोलण ते रोक लगा दी गई है। प्रधानमंत्री स्कॉट मॉरिसन ने सोमवार को घोषणा की है कि राष्ट्रीय सुरक्षा कमेटी की सलाह ते इंटरनेशनल स्टूडेंट्स अते अर्जी परिवारक वीज़ा धारकों लिए 1 दसंबर तो 15 दसंबर तक सरहदी पाबंदियों में ढिल देने की योजना फिलहाल टाल दी गई है। प्रधानमंत्री ने कहा कि योजना अनुसार 1 दसंबर को इंटरनेशनल सरहदां दोबारा नहीं खोलियां जाणगियां। उन्होंने इस फैसले को जरूरी और अस्थाई करार दिता है। आस्ट्रेलियाई सरकार ने कोविड-19 के ओमिक्रॉन वेरिएंट को लैके चिंतावां दे विचकार देश दीआं सरहदां नूं मुड़ खोलण विच देरी की है। इस तो वेरिएंट का पता लगण बाद कई देशों ने एमरजेंसी के तौर पर अफ्रीकी देशों दीआं फ्लाइटां ते भी पाबंदी लगा दी है। अगली रिपोर्ट भी आस्ट्रेलिया दे नाल जुड़ी हुई है। आस्ट्रेलियन सरकार वालों कोविड-19 के नवे वेरिएंट ओमिक्रॉन लैके चिंतावां तो प्रेरित होकर यात्रा संबंधी नवे दिशा निर्देश जारी किए गए हैं। नवे ओमिक्रॉन कोविड-19 वेरिएंट के वध रहे विश्वव्यापी खतरे के चलदियां आस्ट्रेलियाई संघी सरकार ने भारतीय सेहत मंत्रालय वालों दिते नवे यात्रा दिशा निर्देशों के मद्देनज़र 1 दसंबर तो भारत की यात्रा करने वाले अपने सारे अंतरराष्ट्रीय यात्रियों को भारत सरकार के एयर सुविधा ऑनलाइन पोर्टल ते अपने स्वै घोषणा पत्र पिछले 14 दिनों की यात्रा का वेरवा हवाई जहाज़ विच सवार होने तो पहला जमा करवाउण अते हर यात्री नूं रवानगी तो 72 घंटे पहला की गई एक नकारात्मक कोविड टेस्ट रिपोर्ट RT-PCR नूं ऑनलाइन नत्थी करन दे निर्देश दिते गए हैं। नवे ओमिक्रॉन वेरिएंट के जोखम वाले देशों के यात्रियों लिए टीकाकरण की स्थिति के बावजूद भारत पहुंचण समय हवाई अड्डे ते कोविड-19 टेस्टिंग लाजमी होएगी ते उन्होंने घट्टो घट्ट 2 हफ्तियां लिए स्वै निगरानी करने की सलाह दी गई है। 5 साल तो घट उम्र के बच्चों को टेस्ट तो छूट है। मंत्रालय अनुसार घट जोखम वाले देशों तो यात्रा करने वाले 5% यात्रियों की भी अचनचेत जांच की जाएगी। वध जोखम वाले देशों में दक्षिणी अफ्रीका, चीन, यूके ते यूरोपीयन देश, बांग्लादेश, ब्राजील, बोत्सवाना, मॉरीशियस, न्यूजीलैंड, जिम्बाब्वे, हांगकांग, सिंगापुर और इजराइल शामिल ने। थर्मल स्क्रीनिंग तो बाद ही तुरंत यात्रियों को फ्लाइट में चढ़न की आग्ञा दी जाएगी और सारे यात्रियों को अपने मोबाइल डिवाइसिस से आरोग्य सेतु ऐप को डाउनलोड करना होगा। नवे नियमों अनुसार घरेलू एकांतवास दौरान सकारात्मक टेस्ट वाले यात्रियों के सारे भाईचारक संपर्कों वाले व्यक्तियों को भी 14 दिनों लिए अलग एकांतवास में रखा जाएगा ते ICMR प्रोटोकॉल के अनुसार टेस्ट किया जाएगा। नकारात्मक टेस्ट वाले व्यक्ति को 7 दिनों लिए घरेलू एकांतवास में रहने की लोड़ होएगी। 8वें दिन दोबारा टेस्ट लिया जाएगा तो व्यक्ति को अगले 7 दिनों लिए अपनी सेहत की निगरानी करना जरूरी होएगा। संघी कानून लागू करने वाले अधिकारियों ने अमेरिका विच गैर कानूनी रूप नाल दाखिल होने के दोष विच US वर्जिन टापू ते 3 नौजवान भारतीय नागरिकों को गिरफ्तार किया। यह अमरीकी अटॉर्नी ने शुक्रवार को जानकारी दी सी। कृष्णाबेन पटेल, निकुंज कुमार पटेल और अशोक कुमार पटेल को US वर्जिन टापू के सेंट क्रिक्स हवाई अड्डे ते गिरफ्तार किया गया जदों वो 24 नवंबर को फ्लोरिडा के फोर्ट लाडरडेल लई उड़ान भरन वाले सन। अमेरिका में उन्हां दे कथित गैर कानूनी दाखले नाल संबंधित अपराधक दोषां ते शुरुआती सुनवाई लई सेंट क्रिक्स विच मैजिस्ट्रेट अदालत के जज जॉर्ज W. कैनन के सामने 2 दसंबर को पेश हुए। अमेरिकी वकील ग्रेट चैन CF शैपर्ड ने दस्सिया कि एक संभावित कारण पाया गया और मुलजमान को अगे की कार्रवाई लई जिला अदालत में पेश किया गया। अमेरिकी वकील मुताबक तिने जहाज विच सवार होने वाले सन जो एक सिस्टम जांच तो पता लगा कि फ्लोरिडा विच जहाज चालक दे उन्हां दे लाइसेंस प्रमाणिक तौर पर जारी नहीं किए गए इसे नूं धोखाधड़ी मन्निया गया।
ਅੱਗੇ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਅਗਸਤ 2019 ਵਿੱਚ ਤਿੰਨਾਂ ਨੂੰ ਪਹਿਲਾਂ ਟੇਕੇਟ ਕੈਲੀਫੋਰਨੀਆ ਵਿੱਚ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਹਨਾਂ ਨੂੰ ਜਲਦ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਮੀਡੀਆ ਬਿਆਨ ਵਿੱਚ ਵੀ ਕਿਹਾ ਗਿਆ ਹੈ ਕਿ ਬਾਅਦ ਵਿੱਚ ਉਹਨਾਂ ਨੂੰ ਅਮਰੀਕਾ ਤੋਂ ਭਾਰਤ ਭੇਜ ਦਿੱਤਾ ਗਿਆ। ਤਿੰਨਾਂ ਤੇ ਧੋਖਾਧੜੀ ਵਾਲੇ ਦਸਤਾਵੇਜ਼ ਦਾ ਇਸਤੇਮਾਲ ਕਰਨ ਅਤੇ ਅਮਰੀਕਾ ਵਿੱਚੋਂ ਕੱਢੇ ਜਾਣ ਦੇ ਬਾਵਜੂਦ ਕਿਸੇ ਵਿਦੇਸ਼ੀ ਦੀ ਮਦਦ ਨਾਲ ਇੱਥੇ ਦੁਬਾਰਾ ਦਾਖਲ ਹੋਣ ਦੇ ਦੋਸ਼ ਲਗਾਏ ਗਏ। ਨਿਆਂ ਮੰਤਰਾਲਾ ਨੇ ਕਿਹਾ ਕਿ ਦੋਸ਼ੀ ਠਹਿਰਾਏ ਜਾਣ ਦੀ ਸਥਿਤੀ ਵਿੱਚ ਉਹਨਾਂ ਨੂੰ ਸੰਭਾਵਤ 10 ਸਾਲ ਤੱਕ ਦੀ ਜੇਲ੍ਹ ਅਤੇ ਬਾਅਦ ਵਿੱਚ ਜਲਵਤਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸਨ ਇਸ ਹਫਤੇ ਦੀਆਂ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਗਲੇ ਹਫਤੇ ਫਿਰ ਤੋਂ ਹੋਰ ਤਾਜ਼ਾ ਅਪਡੇਟਸ ਲੈ ਕੇ ਹਾਜ਼ਰ ਹੋਵਾਂਗੇ। ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।